ਹੈਲਪਲੈਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਮੈਟੀ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਐਂਡ ਰਿਸਰਚ ਸੈਂਟਰ ਜੋ ਕਿ 9/97 ਬਲਾਕ ਜੇ ਐਰੋ ਸਿਟੀ 에ਅਰਪੋਰਟ ਰੋਡ ਮੋਹਾਲੀ ਵਿਖੇ ਸਥਿਤ ਹੈ। ਡਾਕਟਰ RS ਔਲਖ ਜੀ ਜੋ ਕਿ ਮਰੀਜ਼ਾਂ ਦੇ ਲਈ ਇੱਕ ਵਰਦਾਨ ਨੇ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ। ਡਾਕਟਰ RS ਔਲਖ ਜੀ ਨੇ ਦੱਸਿਆ ਕਿ ਇਲੈਕਟ੍ਰੋ ਹੋਮੋਪੈਥਿਕ ਦਵਾਈ ਨਾਲ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀ ਦਾ ਸੋਲੂਸ਼ਨ ਵੀ ਹੁੰਦਾ ਹੈ ਔਰ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਤੇ ਆਪਣਾ ਇਲਾਜ ਕਰਵਾਉਂਦੇ ਹਨ। ਸਾਡੀ ਟੀਮ ਨੇ ਇੱਥੇ ਇਲਾਜ ਕਰਵਾ ਰਹੇ ਅਤੇ ਠੀਕ ਹੋਏ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਡਾਕਟਰ RS ਔਲਖ ਦੀ ਬੇहद ਤਾਰੀਫ ਕੀਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ RS ਔਲਖ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਰਾਜ ਇਲੈਕਟ੍ਰੋ ਹੋਮੋਪੈਥੀ ਕਲੀਨਿਕ, ਜਿਨ੍ਹਾਂ ਨੇ ਹੁਣ ਮੈਟੀ ਦੇ ਨਾਮ ਦੇ ਉੱਪਰ ਜਿਹੜਾ ਹੈਗਾ ਇੱਕ ਨਵਾਂ ਆਪਣਾ ਕਲੀਨਿਕ ਇੱਥੇ ਜ਼ੀਰਕਪੁਰ ਦੇ ਵਿੱਚ VIP ਰੋਡ ਦੇ ਉੱਪਰ 에ਅਰਪੋਰਟ ਰੋਡ ਦੇ ਉੱਪਰ ਜਿਹੜਾ ਹੈਗਾ ਇਹ ਸਥਿਤ ਹੈਗਾ। ਔਰ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਬਹੁਤ ਲੰਬਾ ਤਜਰਬਾ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ, ਔਰ ਇਹਨਾਂ ਨੇ ਬਹੁਤ ਸਾਰੇ ਡਾਕਟਰਸ ਨੂੰ ਗਾਈਡ ਕਰਕੇ ਉਹਨਾਂ ਤੋਂ ਵੀ ਇਹ ਸੇਵਾਵਾਂ ਜਿਹੜੀਆਂ ਪੰਜਾਬ, ਹਰਿਆਣਾ, ਹਿਮਾਚਲ ਦਵਾ ਰਹੇ ਨੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ ਮੇਰਾ ਸਾਰਿਆਂ ਨੂੰ, ਤੁਹਾਡਾ ਅੱਜ ਇੱਥੇ ਆਉਣ 'ਤੇ ਮੈਂ ਧੰਨਵਾਦ ਕਰਦਾ ਜੀ। ਡਾਕਟਰ ਸਾਹਿਬ, ਇਲੈਕਟ੍ਰੋ ਹੋਮੋਪੈਥੀ ਜਿਹੜੀ ਕਾਉਂਟ ਸੀਜ਼ਰ ਮੈਟੀ ਜੀ ਨੇ ਇੱਕ ਐਸੀ ਪੈਥੀ ਬਣਾ ਦਿੱਤੀ ਜਿਹੜੀ ਕਿ ਜਿੱਦਾਂ ਕਹਿੰਦੇ ਸੀਗੇ ਜਦੋਂ ਹਨੂੰਮਾਨ ਜੀ ਨੇ ਲੈ ਕੇ ਆਂਦੀ ਲੰਕਾ ਦੇ, ਜਦੋਂ ਲਕਸ਼ਮਣ ਜੀ ਦੇ ਲੱਗੀ ਅਤੇ ਮਤਲਬ ਮੁਰਸ਼ਦ ਹੋਏ ਅਤੇ ਉਹਨਾਂ ਨੇ ਜਾ ਕੇ ਸੰਜੀਵਨੀ ਬੂਟੀ ਲੈ ਕੇ ਆਂਦੀ, ਉਹੀ ਸੰਜੀਵਨੀ ਬੂਟੀ ਦੇ ਵਾਂਗੂ ਡਾਕਟਰ ਕਾਉਂਟ ਸੀਜ਼ਰ ਮੈਟੀ ਨੇ ਇੱਕ ਉਪਰਾਲਾ ਕੀਤਾ ਔਰ ਸਾਰੇ ਵਰਲਡ ਦੇ ਵਿੱਚ ਇਸ ਪੈਥੀ ਨੂੰ ਜਿਹੜਾ ਹੈਗਾ ਉਹਨਾਂ ਨੇ ਪ੍ਰਫੁੱਲਤ ਕੀਤਾ। ਔਰ ਰਾਜਸਥਾਨ ਦੇ ਵਿੱਚ ਜਿੱਦਾਂ ਇਸ ਪੈਥੀ ਨੂੰ ਔਰ ਹੋਰ ਕਈ ਸਟੇਟਾਂ 'ਚ ਮਾਨਤਾ ਮਿਲ ਚੁੱਕੀ ਆ, ਔਰ ਪੰਜਾਬ ਅਬਾਊਟ ਟੂ ਬਸ ਹੁਣ ਕਿਉਂਕਿ ਇਮਾਨਦਾਰ ਸਰਕਾਰ ਸਾਡੇ ਕੋਲ ਆਈ ਹੋਈ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਇਹ ਪੈਥੀ ਜਿਹੜੀ ਹੈਗੀ ਹੈ ਇਹ ਰਿਕੋਗਨਾਈਜ਼ ਪੂਰੀ ਤਰ੍ਹਾਂ ਦੇ ਨਾਲ ਹੋ ਜੂ ਪੰਜਾਬ 'ਚ ਵੀ। ਦੇਖੋ ਜੀ, ਗੱਲ ਇਸ ਤਰ੍ਹਾਂ, ਜਿਵੇਂ ਤੁਸੀਂ ਸੰਜੀਵਨੀ ਬੂਟੀ ਦਾ ਨਾਮ ਲਿਆ ਅਤੇ ਮੈਡੀ ਸਾਹਿਬ ਨੇ ਵਾਕਈ ਇਹ ਸਾਨੂੰ ਕਿਸੇ ਸੰਜੀਵਨੀ ਬੂਟੀ ਦੇ ਨਾਲੋਂ ਘੱਟ ਨਹੀਂ ਦਿੱਤਾ। ਇਸ ਪੈਥੀ ਦੇ ਵਿੱਚ ਤਰ੍ਹਾਂ ਦੇ ਮਿਰਾਕਲ ਹੁੰਦੇ ਨੇ। ਡੇਲੀ ਇਸ ਤਰ੍ਹਾਂ ਦੇ ਅਸੀਂ ਮਿਰਾਕਲਸ ਦੇਖਦੇ ਹਾਂ। ਕਈ ਵਾਰ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਸਾਡੇ ਕੋਲ ਆਉਂਦਾ, ਕੋਈ ਵੱਡੇ ਇੰਸਟੀਟਿਊਸ਼ਨ ਤੋਂ ਇਲਾਜ ਕਰਦਾ ਥੱਕ ਜਾਂਦਾ ਅਤੇ ਹੋਪਲੈਸ ਹੋ ਜਾਂਦਾ ਵੀ ਮੇਰਾ ਇਹ 'ਚ ਪਤਾ ਨਹੀਂ ਇਲਾਜ ਹੋਣਾ ਕਿ ਨਹੀਂ ਹੋਣਾ। ਅਤੇ ਕਈ ਵਾਰੀ ਸਾਡੇ ਕੋਲ ਇਲੈਕਟ੍ਰੋਪੈਥੀ ਦਾ ਨਾਮ ਸੁਣ ਕੇ ਇਲਾਜ ਕਰਾਉਣ ਲਈ ਜਦੋਂ ਪਹੁੰਚਦਾ ਅਤੇ ਉਹ ਸਾਨੂੰ ਪੁੱਛਦਾ ਵੀ ਇਹਦਾ ਹੱਲ ਕੋਈ ਸਰਜਰੀ ਆ ਜਾਂ ਇਹਦਾ ਹੱਲ ਹੀ ਹੈ ਨਹੀਂ ਅਤੇ ਕੀ ਤੁਹਾਡੇ ਸਿਸਟਮ 'ਚ ਹੈ। ਅਤੇ ਅਸੀਂ ਮੈਟੀ ਸਾਹਿਬ ਦੀ ਸੰਜੀਵਨੀ ਬੂਟੀ ਨੂੰ ਮੁੱਖ ਰੱਖਦਿਆਂ ਹੋਇਆਂ ਉਹਨੂੰ ਇੱਕ ਆਸ ਦਿੰਦੇ ਹਾਂ ਅਤੇ ਉਹ ਥੋੜ੍ਹੇ ਸਮੇਂ 'ਚ ਸਾਨੂੰ ਪਤਾ ਲੱਗਦਾ ਵੀ ਉਹ ਵਾਕਈ ਉਹ ਮੈਰੇਕਲ ਦੇ ਰੂਪ ਵਿੱਚ ਉਹ ਬੰਦਾ ਠੀਕ ਹੋ ਗਿਆ ਜਾਂ ਉਹਨੂੰ 50% ਠੀਕ ਹੋ ਗਿਆ, 100% ਠੀਕ ਹੋ ਗਿਆ, ਸਾਨੂੰ ਪਤਾ ਲੱਗਦਾ। ਦੂਸਰੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਰਾਜਸਥਾਨ ਗੌਰਮੈਂਟ ਨੇ ਜਿਵੇਂ ਇਹਨੂੰ ਮਾਨਤਾ ਦਿੱਤੀ ਆ, ਉਵੇਂ ਸਾਡੀ ਜਿਹੜੀ ਨਵੀਂ ਸਰਕਾਰ ਆ, ਭਗਵੰਤ ਮਾਨ ਜੀ ਦੀ ਸਰਕਾਰ, ਇਹਨਾਂ ਨੇ ਬਲਕਿ ਜਦੋਂ MP ਸੀਗੇ ਤਾਂ ਪੂਰੀ ਸਦਨ 'ਚ ਆਵਾਜ਼ ਉਠਾਈ ਸੀ ਇਲੈਕਟ੍ਰੋਪੈਥੀ ਵਾਸਤੇ ਨਾ, ਵੀ ਇਹਨੂੰ ਮਾਨਤਾ ਦੇ ਸੰਬੰਧ ਦੇ ਵਿੱਚ। ਅਤੇ ਹੁਣ ਅਸੀਂ ਉਹਨਾਂ ਤੋਂ ਪੂਰਨ ਆਸ ਰੱਖਦੇ ਹਾਂ ਵੀ ਇਹ ਜਲਦੀ ਇਹਨੂੰ ਰਿਕੋਗਨਾਈਜ਼ ਕੀਤਾ ਜਾਵੇਗਾ, ਕਿਉਂਕਿ ਹੁਣ ਉਹਨਾਂ ਦੇ ਕੋਲ ਪਾਵਰ ਵੀ ਹੈ CM ਹੁੰਦਿਆਂ ਹੋਇਆਂ, ਅਤੇ ਅਸੀਂ ਪੂਰਨ ਆਸ ਕਰਦੇ ਹਾਂ ਉਹਨਾਂ ਤੋਂ। ਡਾਕਟਰ ਸਾਹਿਬ, ਇਲੈਕਟ੍ਰੋ ਹੋਮੋਪੈਥੀ ਜਿਹੜੀ ਕਿ ਵਿਦਆਊਟ ਸਾਈਡ ਇਫੈਕਟ ਔਰ ਇੱਕ ਐਸੀ ਪੈਥੀ ਹੈ ਜਿਹਦੇ ਵਿੱਚ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀਆਂ, ਕਿਉਂਕਿ ਲੋਕ ਜਦੋਂ ਥੱਕ ਹਾਰ ਜਾਂਦੇ ਆ ਉਦੋਂ ਪੈਥੀਆਂ ਨੂੰ ਯੂਜ਼ ਕਰਨਾ ਸ਼ੁਰੂ ਕਰਦੇ ਆ। ਅਗਰ ਉਹ ਪਹਿਲੀਆਂ ਸਟੇਜਾਂ 'ਚ ਆ ਜਾਣ ਤਾਂ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਕੈਂਸਰ ਦੀ ਫਸਟ ਸੈਕੰਡ ਸਟੇਜ ਆ ਜਿਹੜੀ, ਉਹਦੇ 'ਚ ਇਲੈਕਟ੍ਰੋ ਹੋਮੋਪੈਥੀ ਨਾਲ ਵੈਸੇ ਕਿਊਰੇਬਲ ਹੈ ਕੰਮ? ਬਿਲਕੁਲ ਜੀ। ਜੇਕਰ ਸਾਡੇ ਕੋਲ ਮੋਸਟਲੀ ਜਦੋਂ ਕੇਸ ਆਉਂਦੇ ਆ ਨਾ ਜੀ, ਉਹ ਪਹਿਲਾਂ ਤਾਂ ਹੋਰ ਇੰਸਟੀਟਿਊਸ਼ਨਾਂ ਵਾਲੇ ਪਾਸੇ ਜਾਂਦੇ ਆ, ਐਲੋਪੈਥੀ ਵਾਲੇ ਪਾਸੇ ਮੋਸਟਲੀ ਜਾਂਦੇ ਆ। ਉੱਥੇ ਜਦੋਂ ਡਾਇਗਨੋਸ ਕਰਾਉਂਦੇ ਕਈ ਵਾਰੀ ਰੋਗ ਇੰਨਾ ਵੱਧ ਜਾਂਦਾ ਅਤੇ ਲਾਸਟ 'ਤੇ ਉਹ ਸੋਚਦੇ ਆ ਵੀ ਚਲੋ ਇੱਥੋਂ ਨਹੀਂ ਠੀਕ ਹੋਇਆ ਤਾਂ ਉੱਥੋਂ ਜਾ ਵੜੇ, ਤਾਂ ਲਾਸਟ ਸਟੇਜ 'ਚ ਸਾਡੇ ਕੋਲ ਆਉਂਦੇ ਆ। ਅਤੇ ਜੇਕਰ ਉਹ ਕਿਤੇ ਮੁੱਢਲੀ ਸਟੇਜ 'ਚ ਆ ਜਾਏ ਤਾਂ ਮਤਲਬ ਉਹਨਾਂ ਦਾ ਬਹੁਤ ਤਗੜਾ ਬਚਾਅ ਹੋ ਸਕਦਾ। ਡਾਕਟਰ ਸਾਹਿਬ, ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਕਹਿੰਦੇ ਮਿਰਾਕਲ ਤਾਂ ਰੋਜ਼ ਹੁੰਦੇ ਆ, ਪਰ ਉਹ ਸਭ ਤੋਂ ਵਧੀਆ ਜ਼ਿੰਦਗੀ ਦਾ ਖੁਸ਼ੀ ਦਾ ਦਿਨ ਤੁਹਾਡਾ ਕਿਹੜਾ ਜਿਸ 'ਚ ਤੁਹਾਨੂੰ ਵੀ ਲੱਗਿਆ ਹੋਵੇ ਵੀ ਨਹੀਂ ਯਾਰ ਇਹ ਨਹੀਂ ਹੋ ਸਕਦਾ, ਲੇਕਿਨ ਤੁਸੀਂ ਫਿਰ ਪਰਮਾਤਮਾ ਦਾ ਨਾਮ ਲੈ ਕੇ ਹੱਥ ਪਾ ਲਿਆ ਹੋਵੇ ਔਰ ਉਸ ਦੇ ਵਿੱਚ ਤੁਹਾਨੂੰ ਸਕਸੈਸਫੁਲਨੈਸ ਮਿਲ ਗਈ? ਦੇਖੋ ਜੀ, ਮਿਰਾਕਲਸ ਤਾਂ ਹਰ ਬਿਮਾਰੀ ਦੇ ਵਿੱਚ ਲਗਭਗ ਇਲੈਕਟ੍ਰੋਪੈਥੀ 'ਚ ਹੁੰਦੇ ਆ। ਇਸ ਤਰ੍ਹਾਂ ਦੇ ਕਈ ਕੇਸ ਆ, ਮਤਲਬ ਗਰਾਊਂਡ ਲੱਗ ਜਾਂਦਾ ਲੰਬਾ ਟਾਈਮ ਲੱਗ ਜੂਗਾ। ਥੋੜ੍ਹੇ ਦਿਨ ਪਹਿਲਾਂ ਹੀ ਇੱਕ ਮਿਰਾਕਲਸ ਮੈਂ ਦੇਖਿਆ, ਮੈਡਮ ਸੀਗੇ, ਟੀਚਰ ਸੀਗੇ, ਅਤੇ ਉਹਨਾਂ ਨੇ ਕਹਿ ਤਾ ਵੀ ਇਹ ਤੁਹਾਡੇ ਕਿਡਨੀ ਦੇ ਵਿੱਚ ਕੈਂਸਰ ਆ। ਅਤੇ
ਉਹਨਾਂ ਦੇ ਜਿਹੜੇ ਹਸਬੈਂਡ ਸੀ ਉਹਨਾਂ ਨੇ ਇਲੈਕਟ੍ਰੋਪੈਥੀ ਦਾ ਨਾਮ ਸੁਣਿਆ ਸੀ ਅਤੇ ਉਹਨਾਂ ਨੇ ਔਨਲਾਈਨ ਤੋਂ ਪੜ੍ਹ ਕੇ ਮੇਰੇ ਕੋਲ ਕੰਸਲਟੇਸ਼ਨ ਵਾਸਤੇ ਆ ਗਏ ਅਤੇ ਉਹਨਾਂ ਨੂੰ ਪੂਰੀ ਆਸ ਸੀ ਵੀ ਸ਼ਾਇਦ ਇੱਥੋਂ ਸਾਨੂੰ ਬਚਾਅ ਹੋ ਸਕਦਾ। ਅਤੇ ਲੇਕਿਨ ਮੈਂ ਉਹਨਾਂ ਨੂੰ ਟਾਈਮ ਜਿਹੜਾ ਦਿੱਤਾ ਸੀ, ਮੈਂ 3 ਤੋਂ 4 ਮਹੀਨੇ ਦਾ ਦਿੱਤਾ ਸੀ ਕਿ ਹੋਪਫੁਲ ਰਿਜ਼ਲਟ ਆ ਸਕਦੇ। ਪਰ ਮੈਰਾਕਲ ਕੀ ਹੋਇਆ ਵੀ ਵਿਦਨ 30 to 40 ਡੇਜ਼ ਜਿਹੜਾ ਉਹ ਕੈਂਸਰ ਸੈੱਲ ਜਿਹੜੇ ਉਹ ਸ਼ੋਅ ਕਰ ਰਹੇ ਸੀ ਉਹ ਖਤਮ ਹੋ ਗਏ। ਉਹ ਮੈਂ ਤੁਹਾਨੂੰ ਰਿਪੋਰਟ ਹੁਣੇ ਤੁਹਾਨੂੰ ਸਾਹਮਣੇ ਦਿਖਾਊਂਗਾ ਕੈਮਰੇ ਦੇ ਸਾਹਮਣੇ। ਅਤੇ ਉਹ ਹੁਣ ਜਿਹੜਾ ਪੇਸ਼ੈਂਟ ਆ ਉਹ 2-3 ਵਾਰੀ ਟੈਸਟ ਕਰਵਾ ਚੁੱਕਿਆ ਅਤੇ ਫੋਰਟਿਸ ਤੋਂ ਵੀ ਉਹਨੇ ਮਤਲਬ ਆਪਣੀ ਸੈਟਿਸਫੈਕਸ਼ਨ ਲਈ ਕਿ ਮਤਲਬ ਰਿਪੋਰਟਾਂ ਸਹੀ ਨੇ ਅਤੇ ਉਹ ਬਿਲਕੁਲ ਹੁਣ ਨੋਰਮਲ ਆ, ਮੇਰੀ ਅੰਡਰ ਆਬਜ਼ਰਵੇਸ਼ਨ ਹੈ। ਤਾਂ ਇਸ ਤਰ੍ਹਾਂ ਦੇ ਮੈਰਾਕਲਸ ਹੁੰਦੇ ਨੇ। ਡਾਕਟਰ ਸਾਹਿਬ, ਸ਼ੂਗਰ ਜਿਹਦੇ 'ਚ ਪੈਰਾਂ ਦੇ ਉੱਤੇ ਇਫੈਕਟ ਪੈ ਰਹੇ, ਗਿੰਗਰ ਵਾਲੇ ਜਿਹੜਾ ਪੇਸ਼ੈਂਟ ਹੈਗਾ ਉਹ ਵੀ ਕਹਿੰਦੇ ਕਾਫੀ ਇੱਕ ਵੱਡੀ ਜਿਹੜੀ ਹੈਗੀ ਸੇਵਾ ਇੱਥੋਂ ਲੈ ਕੇ ਗਿਆ, ਔਰ ਜਿੱਦਾਂ ਵੀਡੀਓ 'ਚ ਵੀ ਤੁਸੀਂ ਸਾਨੂੰ ਦਿਖਾਇਆ ਸੀਗਾ ਉਹਦੇ ਬਾਰੇ ਕਹਿਣਾ ਚਾਹੋ। ਹਾਂ, ਉਹ ਇਸ ਤਰ੍ਹਾਂ ਸੀ ਜੀ ਪੇਸ਼ੈਂਟ, ਉਹ ਜਿਵੇਂ ਉਹਦਾ ਹੋਰ ਜਗ੍ਹਾ ਤੇ ਉਹ ਇਲਾਜ ਚੱਲ ਰਿਹਾ ਸੀ। ਉਹਦਾ ਪੇਸ਼ੈਂਟ ਕੀ ਸੀਗੀ ਵੀ ਉਹਨੂੰ ਸਰਾਈਸਿਸ ਸੀਗੀ, ਸਰਾਈਸਿਸ ਦੇ ਨਾਲ ਉਹ ਡਾਇਬਟਿਕ ਪੇਸ਼ੈਂਟ ਸੀ ਅਤੇ ਉਹਦੀ ਜਿਹੜੀ ਸ਼ੂਗਰ ਸੀ ਨਾ 450-500 ਮਤਲਬ ਇੱਥੋਂ ਤੱਕ ਵਧੀ ਹੋਈ ਸੀ ਔਰ ਬੈੱਡ ਰਿਡਨ ਸੀਗਾ। ਮਤਲਬ ਜਿਹੜਾ ਪੇਸ਼ੈਂਟ ਸੀ ਉਹ ਮੰਜੇ 'ਤੇ ਪਿਆ ਹੋਇਆ ਸੀ, ਨੇ ਜਿਉਣ ਦੀ ਆਸ ਛੱਡਤੀ ਸੀ। ਅਤੇ ਉਹ ਜਦੋਂ ਬਾਈ ਚਾਂਸ ਮੇਰੇ ਕੋਲ ਆਏ ਅਤੇ ਮੈਂ ਹਾਲਤ ਦੇਖੀ, ਹਾਲਤ ਤਾਂ ਨਾ ਦੇਖਣ ਵਾਲੀ ਹੋਈ ਸੀਗੀ। ਪਰ ਉਹ ਪੇਸ਼ੈਂਟ ਵੀ ਮਤਲਬ 2 ਮਹੀਨਿਆਂ ਦੇ ਅੰਦਰ ਪੂਰੀ ਤਰ੍ਹਾਂ ਨਾਲ ਰਿਕਵਰ ਕਰ ਗਿਆ ਸੀਗਾ। ਉਹਦੇ ਮੈਂ ਤੁਹਾਨੂੰ ਉਹ ਬੰਦਾ ਖੁਸ਼ ਹੋ ਕੇ ਇੱਕ ਵੀਡੀਓ ਬਣਾ ਗਿਆ ਕਿ ਮੇਰਾ ਮੈਸੇਜ ਲੋਕਾਂ ਤੱਕ ਪਹੁੰਚਾਓ। ਡਾਕਟਰ ਸਾਹਿਬ, ਐਲਰਜੀ ਜਿਹਦੀ ਇੱਕ ਬਹੁਤ ਵੱਡੀ ਜਿਹੜੀ ਮਾਰਕੀਟ ਬਣੀ ਹੋਈ ਹੈ ਔਰ ਐਲਰਜੀ ਦੇ ਨਾਮ ਦੇ ਉੱਪਰ ਲੱਖਾਂ ਰੁਪਏ ਜਿਹੜੇ ਹੈਗੇ ਲੋਕਾਂ ਦੇ ਲੱਗ ਰਹੇ ਨੇ, ਔਰ ਤੁਹਾਡੇ ਕੋਲ ਜਿਹੜਾ ਐਲਰਜੀ ਹੈ ਤੁਸੀਂ ਬੜੇ ਲਾਈਟਲੀ ਤਾਂ ਨਹੀਂ ਚਲੋ ਆਪਾਂ ਕਹਿ ਸਕਦੇ, ਲੇਕਿਨ ਐਲਰਜੀ ਵਾਲੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਹੈਗੇ ਬਹੁਤ ਈਜ਼ੀਲੀ ਤਰੀਕੇ ਨਾਲ ਸਹੀ ਕੀਤੇ ਤੁਸੀਂ। ਬਿਲਕੁਲ ਜੀ, ਹਰ ਤਰ੍ਹਾਂ ਦੀ ਐਲਰਜੀ, ਜਿਵੇਂ ਕੋਈ ਸਕਿਨ ਐਲਰਜੀ ਹੈ ਜਾਂ ਅਸਥਮਾ, ਅਸਥਮਾ ਇਹ ਵੀ ਇੱਕ ਕਾਈਂਡ ਆਫ ਐਲਰਜੀ ਹੈ। ਔਰ ਜਾਂ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਸੁਣਿਆ ਹੋਣਾ ਵੀ ਵੀਟ ਐਲਰਜੀ, ਤਾਂ ਇਲੈਕਟ੍ਰੋਹੋਮਪੈਥੀ ਜਾਂ ਖਾਸ ਕਰਕੇ ਬਹੁਤ ਸਾਰੇ ਕੇਸ ਹੈ ਜਿਹੜੇ ਐਲਰਜੀ ਦੇ ਬੜੀ ਈਜ਼ੀਲੀ 3 ਤੋਂ 6 ਮਹੀਨਿਆਂ ਦੇ ਅੰਦਰ ਠੀਕ ਹੋ ਜਾਂਦੇ। ਡਾਕਟਰ ਸਾਹਿਬ, PCOD ਦੀ ਗੱਲ ਕਰ ਲਈਏ, ਆਪਾਂ ਇਨਫਰਟਿਲਿਟੀ ਦੀ ਗੱਲ ਕਰ ਲਈਏ, ਤਾਂ ਲੇਡੀਜ਼ ਦਾ ਵੀ ਜਿਹੜਾ ਹੈਗਾ ਕਾਫੀ ਵੱਡਾ ਸੈਕਸ਼ਨ ਜਿਹੜਾ ਹੈਗਾ ਸਕਿਨ ਦੀਆਂ ਬਿਮਾਰੀਆਂ, ਤੁਸੀਂ ਪਹਿਲਾਂ ਕਿਹਾ ਸੀ ਸਕਿਨ ਦੀਆਂ ਬਿਮਾਰੀਆਂ, ਥਾਇਰਾਇਡ ਹੋ ਗਿਆ ਲੇਡੀਜ਼ ਨੂੰ ਜਿਹੜਾ ਬਹੁਤ ਜ਼ਿਆਦਾ ਹੁੰਦਾ, ਇਹਨਾਂ ਸਾਰੀਆਂ ਬਿਮਾਰੀਆਂ ਦਾ ਵੀ ਕਾਰਗਰ ਇਲਾਜ ਹੈਗਾ ਇਲੈਕਟ੍ਰੋਪੈਥੀ 'ਚ। ਬਿਲਕੁਲ ਜੀ, ਅੱਜ ਕੱਲ੍ਹ ਜਿਹੜੀ PCOD ਦੀ ਸਮੱਸਿਆ ਆਮ ਹੋ ਗਈ ਹੈ, ਇੱਥੋਂ ਤੱਕ ਕਿ ਛੋਟੀਆਂ ਬੱਚੀਆਂ ਦੇ ਵਿੱਚ ਵੀ ਮਤਲਬ ਜਿਹੜੀ ਇਹ ਆਮ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਦਿਨਾਂ 'ਚ। ਅਤੇ PCOD ਦੇ ਦਾ ਜਿਹੜਾ ਇਲਾਜ ਆ ਇਲੈਕਟ੍ਰੋਪੈਥੀ 'ਚ ਬਹੁਤ ਵਧੀਆ ਢੰਗ ਨਾਲ ਹੋ ਜਾਂਦਾ, ਮਤਲਬ ਕੁਛ ਮਹੀਨਿਆਂ ਦੇ ਵਿੱਚ ਹੀ ਪੇਸ਼ੈਂਟ ਦੀ ਰਿਕਵਰੀ ਹੋ ਜਾਂਦੀ ਹੈ। ਅਤੇ ਕਈ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਪ੍ਰੈਗਨੈਂਸੀ ਜਾਂ ਕਨਸੀਵ ਨਹੀਂ ਕਰ ਪਾਉਂਦੇ, ਤਾਂ ਉਹਨਾਂ ਕੇਸਾਂ 'ਚ ਵੀ ਇਲੈਕਟ੍ਰੋਪੈਥੀ ਬਹੁਤ ਮਦਦ ਕਰਦੀ ਹੈ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਇਹ ਨਵਾਂ ਹਸਪੀਟਲ ਬਣਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਚਿੰਗ ਕਲਾਸਾਂ ਵੀ ਤੁਸੀਂ ਦੇ ਰਹੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ, ਮੇਰਾ ਏਮ ਹੈ ਜੀ ਵੀ ਜਿਹੜੀ ਇਲੈਕਟ੍ਰੋਪੈਥੀ ਜਿਹੜੀ ਸਾਇੰਸ ਹੈ, ਇਹ ਤੁਹਾਨੂੰ ਪਤਾ ਹੀ ਹੈ ਵੀ ਇਹ ਬਹੁਤ ਵੰਡਰਫੁਲ ਸਾਇੰਸ ਆ ਔਰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਇੱਕ ਡਾਕਟਰ ਨੂੰ, ਕਿਉਂਕਿ ਪਤਾ ਹੀ ਨਹੀਂ ਇਹਨੇ ਕਿਹੜੇ ਢੰਗ ਨਾਲ ਇਲਾਜ ਕਰ ਦੇਣਾ ਜਾਂ ਕਿਵੇਂ ਠੀਕ ਹੋ ਜਾਣਾ। ਅਤੇ ਅਸੀਂ ਚਾਹੁੰਦੇ ਹਾਂ ਵੀ ਇਹ ਦੂਰ ਦੂਰ ਤੱਕ ਇਹ ਸਾਇੰਸ ਫੈਲੇ, ਇਸ ਕਰਕੇ ਅਸੀਂ ਇੱਥੇ ਦੀ ਜਿਹੜੀਆਂ ਕਲਾਸਿਸ ਦਾ ਅਰੇਂਜਮੈਂਟ ਕਰ ਲਿਆ ਅਤੇ ਜਲਦੀ ਇੱਥੇ ਬੈਚ ਸਟਾਰਟ ਕੀਤੇ ਜਾਣਗੇ। ਡਾਕਟਰ ਸਾਹਿਬ, ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ? ਦਰਸ਼ਕਾਂ ਨੂੰ ਇਹੀ ਮੈਸੇਜ ਹੈ ਜੀ ਕਿ ਜਿਹੜੀ ਇਲੈਕਟ੍ਰੋਪੈਥੀ ਹੈ ਪਿਓਰ ਵੈਜੀਟੇਰੀਅਨ ਸਿਸਟਮ ਹੈ। ਇਹਦੇ ਵਿੱਚ ਸਿਰਫ ਦਵਾਈਆਂ ਤੁਹਾਨੂੰ ਓਨਲੀ ਹਰਬਸ ਤੋਂ ਬਣਦੀਆਂ, ਇਹਦੇ ਵਿੱਚ ਕੋਈ ਮਿਨਰਲਸ, ਕੈਮੀਕਲ ਜਾਂ ਪੋਇਜ਼ਨ ਕੁਛ ਨਹੀਂ ਯੂਜ਼ ਕੀਤਾ ਜਾਂਦਾ, ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈ। ਇਸ ਕਰਕੇ ਔਰ ਜਿਹੜਾ ਇਹਦਾ ਇਲਾਜ ਵੀ ਜਲਦੀ ਹੋ ਜਾਂਦਾ, ਔਰ ਇਸ ਕਰਕੇ ਮੈਂ ਇਹ ਕਹੂੰਗਾ ਵੀ ਜੇ ਕੋਈ ਤੁਸੀਂ ਕਿਸੇ ਬਿਮਾਰੀ ਤੋਂ ਗ੍ਰਸਤ ਹੋ ਕਿਸੇ ਤਰ੍ਹਾਂ ਦੇ ਵੀ, ਤਾਂ ਉਹ ਤੁਸੀਂ ਇਲੈਕਟ੍ਰੋਪੈਥੀ ਬਣਾਓ ਅਤੇ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ। मैं चंडीगढ़ पंजाब का रहने वाला हूँ। सर, आपने यहाँ पे किस चीज़ का ट्रीटमेंट लिया है? मैं यहाँ पर डॉक्टर साहब के पास आया था, पहला अपनी बीमारी हुई थी सोराइसिस के लिए मैं आया था। बाद में फिर आस्ते आस्ते मुझे शुगर हो गया, मुझे मालूम नहीं पड़ा। जब डॉक्टर साहब ने मेरा शुगर का टेस्ट करवाया तब मुझे मालूम पड़ा कि मेरे को शुगर 501 हो चुका है और उसके बाद मेरे पास सारा कुछ है और रिकॉर्ड कि मुझे इतना शुगर हो चुका था। फुल सेटिस्फाइड हूँ, बहुत अच्छी चीज़ है। मैं सबको संदेश देना चाहता हूँ कि डॉक्टर साहब से आके मिलो, सारी बीमारियों का इलाज है इनके पास।
मैं भी कराया हूँ, मेरी वाइफ ने भी किया है, हम दोनों को बहुत फायदा हुआ है इससे। आप इलेक्ट्रोहोम्योपैथिक मेडिसिन के बारे में लोगों को क्या संदेश देना चाहते हैं? जब मैं डॉक्टर साहब के पास आया था मेरी ऐसी हालत थी और आज मैं आपके सामने कैसा हूँ आप खुद देख रहे हो। ਬਾਈ ਜੀ ਸਤਿ ਸ੍ਰੀ ਅਕਾਲ, ਮੇਰਾ ਨਾਮ ਬਹਾਦਰ ਸਿੰਘ। ਬਾਈ ਜੀ ਮੈਨੂੰ ਪੇਟ ਗੈਸ ਤੇ ਤੇਜ਼ਾਬ ਦੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ। ਮੈਂ ਕਾਫੀ ਜਗ੍ਹਾ ਤੋਂ ਦਵਾਈ ਖਾ ਚੁੱਕਿਆ ਸੀਗਾ ਤੇ ਮੈਨੂੰ ਕਿਸੇ ਤੋਂ ਡਾਕਟਰ ਸਾਹਿਬ ਦਾ ਨੰਬਰ ਮਿਲਿਆ ਤੇ ਮੈਂ ਇਹਨਾਂ ਦੇ ਨਾਲ ਕੰਟੈਕਟ ਕੀਤਾ। ਜਦੋਂ ਇਹ ਦਵਾਈ ਮੈਂ ਯੂਜ਼ ਕੀਤੀ ਹੈ ਇਲੈਕਟ੍ਰੋਹੋਮੋਪੈਥੀ, ਇੰਨੀ ਵਧੀਆ ਤੇ ਇੰਨੀ ਕਾਰਗਰ ਸਾਬਿਤ ਹੋਈ ਹੈ ਕਿ ਮੈਨੂੰ ਕੁਝ ਹੀ ਦਿਨਾਂ ਵਿੱਚ 15-20 ਦਿਨਾਂ ਵਿੱਚ ਹੀ ਪੇਟ ਗੈਸ ਤੇ ਤੇਜ਼ਾਬ ਤੋਂ ਰਾਹਤ ਮਿਲੀ ਸੀ ਤੇ ਮੈਂ ਲਗਾਤਾਰ ਇਹ 3 ਮਹੀਨੇ ਦਵਾਈ ਖਾਈ ਹੈ। ਬਹੁਤ ਹੀ ਵਧੀਆ ਰਿਜ਼ਲਟ ਨੇ ਤੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਸ ਨੂੰ ਵੀ ਇਹ ਕੋਈ ਇੱਦਾਂ ਦੀ ਬਿਮਾਰੀ ਹੈ ਇਲੈਕਟ੍ਰੋਹੋਮੋਪੈਥੀ ਦਵਾਈ ਯੂਜ਼ ਕਰੋ, ਜਿਹਦੇ ਨਾਲ ਬਹੁਤ ਹੀ ज़्यादा ਵਧੀਆ ਰਿਜ਼ਲਟ ਮਿਲਦੇ ਨੇ। ਧੰਨਵਾਦ। मेरा नाम विजय शर्मा है। मैं डॉक्टर साहब से ऑलमोस्ट पिछले 1 साल से कंसल्ट कर रहा हूँ फॉर वेरियस प्रॉब्लम्स। पहली बार जब हम इनसे मिले थे तब हमारे को मेन प्रॉब्लम जो हुई थी वो कोरोना से रिलेटेड थी और मेरी वाइफ ने पहले इनसे ट्रीटमेंट लिया था एंड 3 से 4 दिन के अंदर हमारे को फ़र्क पड़ गया था। उसके बाद सेम प्रॉब्लम मुझे हुई थी तो मेरे को भी काफ़ी अच्छी इफ़ेक्टिव लगी वो दवाई एंड उसके बाद से मतलब एक कॉन्फिडेंस बन गया। तो बीच में हमारी डॉटर को डेंगू हुआ था, उस टाइम पर हमने रिपोर्ट चेक करवाई थी तो उसमें प्लेटलेट्स जितने आए थे वो मैंने रिपोर्ट डॉक्टर साहब को दिखाई थी और जो ट्रीटमेंट इन्होंने दिया उससे 2 दिन बाद जब हमने दोबारा चेक करवाया तो प्लेटलेट्स में कुछ भी ड्रॉप नहीं था। दैट वाज समथिंग विच वाज यूनिक इन हिज केस। मेरी मदर इन लॉ भी इनसे ट्रीटमेंट ले रही है। उनकी बाजू में कुछ पेन था जो काफ़ी लंबा प्रॉब्लम थी, काफ़ी टाइम से वो प्रॉब्लम थी। बट अभी ये है कि कोई भी प्रॉब्लम होती है तो हम लोग डॉक्टर साहब से टच में रहते हैं और अच्छे सॉल्यूशंस मिलते हैं। सो क्वाइट कॉन्फिडेंट और मेन चीज़ ये है कि सब नॉर्मल नेचुरल दवाइयाँ हैं कि कोई मेडिसिन ऐसा नहीं कि कोई टैबलेट खानी पड़ती है या कुछ है। क्वाइट इफ़ेक्टिव। थैंक यू। हाय, मेरा नाम विक्रम गुप्ता है। मेरे को स्टमक में काफ़ी प्रॉब्लम थी तो मैं दूसरी दवाइयाँ खा खा के ना बक चुका था। तो मेरे को किसी ने रेफरेंस दिया इनका, तो जैसे ही मैं इनके पास आया विदिन 7 डेज़ मेरे को इफ़ेक्ट लगना शुरू हुआ। अच्छा, मेरे अलावा जब मेरे को इफ़ेक्ट लगना शुरू हुआ मैंने अपनी मदर को रिकमेंड किया। तो मेरी मदर को भी जॉइंट में थोड़ी सी दिक्कत थी तो उस वजह से मैंने उनको जब बताया, ये इतने नाइस हैं, इन्होंने इतने प्यार से सब चीज़ें डील की, ऐसे लगा कि बीमारी अंदर है ही नहीं है। तो मेरी मदर को भी अब रिलीव लगना शुरू हो गया हुआ है। थैंक यू। मैं चाहता हूँ कि सब वो वाली दवाइयाँ छोड़ो और ये वाली दवाइयों पे आओ।